अस्सलाम वालेकुम। प्रोग्राम ਹੁੰਗਾਰਾ ਨਾਲ ਤਾਹਿਰ ਅਹਿਮਦ ਪੱਟੀ ਤੁਹਾਡੀ ਖਿਦਮਤ ਹਾਜ਼ਰ ਹੈ। ਤੇ ਅੱਜ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਦੋ ਕਹਾਣੀਆਂ ਜ਼ਿਹਨ 'ਚ ਆ ਰਹੀਆਂ ਸਨ। ਇੱਕ ਪੰਜਾਬੀ ਉਹਦਾ ਬੈਕਗਰਾਊਂਡ ਤੇ ਉਹਦਾ ਉਹ ਹੀ ਮਾਹੌਲ ਹੈ। ਦੂਜੀ ਜਿਹੜੀ ਹੈ ਉਹਦਾ ਉਰਦੂ ਹੈ। ਮੈਂ ਫਿਰ ਇਹ ਸੋਚਿਆ ਪਹਿਲਾਂ ਪੰਜਾਬੀ ਵਾਲੀ ਵੀ ਸੁਣਾਉਣਾ ਤੇ ਬਾਅਦ ਜਿਹੜੀ ਉਰਦੂ ਵਾਲੀ ਉਹਨੂੰ ਵੀ ਪੰਜਾਬੀ 'ਚ ਬਦਲ ਕੇ ਸੁਣਾ ਦਿਆਂਗੇ। ਪੰਜਾਬੀ 'ਚ ਤੇ ਇਹ ਸੀ ਕਿ ਜ਼ਿਮੀਂਦਾਰ ਛੋਟਾ ਜਿਹਾ ਕੋਈ 10-12 ਕਿੱਲਿਆਂ ਵਾਲਾ, ਉਹਨਾਂ ਕਣਕ ਸ਼ਣਕ ਵੱਢ ਕੇ ਅਤੇ ਉਸ ਤੋਂ ਬਾਅਦ ਜ਼ਰਾ ਥੋੜ੍ਹੇ ਜਿਹੇ ਸੌਖੇ ਹੋ ਜਾਂਦੇ ਨੇ, ਨੀਂਦਰ ਚੰਗੀ ਆਉਂਦੀ ਨੇ ਉਸ ਟਾਈਮ। ਉਹ ਸੁੱਤਾ ਸੀ ਲੇਕਿਨ ਉਹ ਹੈ ਬਾਹਰ ਬਾਗ 'ਤੇ ਸੀ। ਬਾਗ ਕਹਿੰਦੇ ਨੇ ਇਹ ਵੀ ਨਾਲ ਜਿਹਨਾਂ ਨੂੰ ਨਹੀਂ ਪਤਾ ਕਿ ਡੰਗਰ ਜਿਹੜੇ ਨੇ ਉਹ ਪਿੰਡ ਦੇ ਅੰਦਰ ਦੇ ਜਿਹੜੇ ਵਾੜੇ ਹੁੰਦੇ ਨੇ ਉਹਨਾਂ 'ਚੋਂ ਕੱਢ ਕੇ ਅਤੇ ਬਾਹਰ ਖੁੱਲ੍ਹੀ ਹਵਾ 'ਚ ਖੁੱਲ੍ਹੀ ਫਜ਼ਾ 'ਚ ਕੁਝ ਵਕਤ ਵਾਸਤੇ ਬਾਰਿਸ਼ਾਂ ਦੇ ਮੌਸਮ ਵਿੱਚ ਉੱਥੇ ਹੀ ਲੈ ਜਾਂਦੇ ਨੇ ਤਾਂ ਕਿ ਉਹ ਜਿਹੜੀ ਆਪਣਾ ਬਰਸਾਤ ਦੀ ਵਜ੍ਹਾ ਤੋਂ ਚਿੱਕੜ ਖੋਬਾ ਹਰ ਤਰ੍ਹਾਂ ਦਾ ਇੱਕ ਅਜੀਬ ਜਿਹਾ ਉਹ ਸੀਲਨ ਵਾਲਾ ਮਾਹੌਲ ਹੁੰਦਾ ਉਹਦੇ ਤੋਂ ਵੀ ਬਚੇ ਰਹਿਣ। ਅਤੇ ਇਹ ਰੋਜ਼ ਦਾ ਜਿਹੜਾ ਕਿਉਂਕਿ ਨਾ ਰਸਤੇ ਪ੍ਰੋਪਰ ਸਨ ਨਾ ਉਹ ਪੂਰਾ ਇੱਕ ਮਾਹੌਲ ਹੈ। ਜਿਨ੍ਹਾਂ ਨੇ ਉਸ ਜ਼ਮਾਨੇ ਦੇ ਪਿੰਡ ਵੇਖੇ ਨੇ ਉਹਨਾਂ ਨੂੰ ਪਤਾ ਕਿ ਉਦੋਂ ਘਰਾਂ ਦੇ ਅੱਗੋਂ ਲੰਘਣ ਵਾਸਤੇ ਵੀ ਪੂਰੀ ਸੜਕ ਜਿਹੜੀ ਹੈ ਉਹ ਚਿਕੜੋ ਚਿਕੜੀ ਹੋਈ ਹੁੰਦੀ ਹੈ। ਅਤੇ ਪਾਸਿਆਂ ਤੋਂ ਹੋ ਕੇ ਬੰਦੇ ਵੱਟੇ ਅਤੇ ਇੱਟਾਂ ਧਰ ਕੇ ਅਤੇ ਉਹਨਾਂ ਦੇ ਉੱਤੇ ਪੈਰ ਪੂਰ ਧਰਦੇ, ਕਈ ਵਿੱਚ ਡਿੱਗਦੇ, ਉਹ ਇੰਝ ਕਰਕੇ ਉੱਥੋਂ ਲੰਘਦੇ ਹੁੰਦੇ ਨੇ। ਉਹਨਾਂ ਦਿਨਾਂ ਡੰਗਰ ਜਿਹੜੇ ਨੇ ਉਹ ਬਾਹਰ ਲੈ ਜਾਂਦੇ ਨੇ ਅਤੇ ਕਿਸੇ ਉੱਚੀ ਜਿਹੜਾ ਕਿੱਲਾ ਹੋਵੇ ਉਹਦੇ 'ਤੇ ਉਹ ਬਾਗ ਪਾ ਛੱਡਦੇ ਨੇ। ਉਹਦੇ 'ਚ ਫਿਰ ਬਿਜਾਈ ਬਾਅਦ ਵਿੱਚ ਹੁੰਦੀ ਹੈ ਲੇਕਿਨ ਕੁਝ ਵਕਤ ਜਿਹੜਾ ਉਹਨਾਂ ਹਿੱਸਾ ਜ਼ਮੀਨ ਜਿਹੜਾ ਉਹ ਕਿੱਤਾ ਡੰਗਰਾਂ ਦੀ ਮਲਕੀਅਤ ਹੋ ਜਾਂਦਾ। ਲੇਕਿਨ ਉੱਥੇ ਫਿਰ ਜਿਹੜੇ ਡੰਗਰ ਨੇ ਉਹਨਾਂ ਦੇ ਕੋਲ ਵੀ ਸੌਣਾ ਪੈਂਦਾ ਕਿਉਂਕਿ ਇੰਝ ਉਹਨਾਂ ਨੂੰ ਖੁੱਲ੍ਹਾ ਲੁੱਗਾ ਛੱਡਿਆ ਵੀ ਨਹੀਂ ਜਾ ਸਕਦਾ। ਉਹ ਬਾਗ 'ਤੇ ਜ਼ਿਮੀਂਦਾਰ ਨੇ ਸੁੱਤਾ ਸੀ ਅਤੇ ਕਣਕਾਂ ਵਢੀ ਗਈਆਂ ਸਨ ਅਤੇ ਹਾਲੀ ਛੋਟਾ ਛੋਟਾ ਸੋਢਾ ਜਿਹੜਾ ਹੁੰਦਾ ਨਾ, ਸੋਢਾ ਆਉਂਦੇ ਨੇ ਜਦੋਂ ਕਣਕ ਵੱਢ ਲਈ ਜਾਂਦੀ ਹੈ ਅਤੇ ਥੱਲੇ ਤਕਰੀਬਨ 6 ਇੰਚ 4 ਇੰਚ ਇੰਨਾ ਕੁ ਉਹਦਾ ਜਿਹੜਾ ਕਣਕ ਦੇ ਬੂਟੇ ਦਾ ਸੁੱਕਾ ਹੋਇਆ ਨਾੜ ਹੁੰਦਾ ਉਹ ਉਂਝ ਹੀ ਖਲੋਤਾ ਹੁੰਦਾ। ਉਹ ਨੰਗੇ ਪੈਰੀ ਲੰਘਦੇ ਪਵੀਏ ਤਾਂ ਉਦੋਂ ਚੁੱਭਦਾ ਵੀ ਬੜਾ ਪੈੜਾ। ਅਤੇ ਅਸਾਂ ਉਹ ਪੈਰਾਂ 'ਚੋਂ ਬਾਏ ਵੀ ਨੇ, ਉਹਨਾਂ ਦਾ ਪਤਾ ਵੀ ਹੈ। ਉਹ ਸੋਢੇ ਵਾਲੀ ਆ ਸਨ ਅਤੇ ਸੋਢੇ ਦਾ ਇੱਕ ਇਹ ਹੁੰਦਾ ਕਿ ਉਹਦੇ ਉੱਤੇ ਪੈਰ ਆਵੇ ਅਤੇ ਉਹ ਕੜਕ ਦੀ ਆਵਾਜ਼ ਵੀ ਇੱਕ ਆਉਂਦੀ। ਉਹ ਸੁੱਤਿਆ ਉਹਨੇ 2-4 ਵਾਰੀ ਸੋਢਾ ਖੜਕਿਆ ਅਤੇ ਉਹਦੀ ਅੱਖ ਤਾਂ ਖੁੱਲ੍ਹ ਗਈ ਲੇਕਿਨ ਉਹ ਕੋਈ ਚੋਰ ਸੀ ਜਿਹੜਾ ਉਹਨਾਂ ਦੀ ਘੋੜੀ ਛੋੜੀ ਜਾਂ ਆਪਣਾ ਢੱਗਾ ਉਹਨੇ ਖੋਲ੍ਹ ਲਿਆ ਸੀ। ਢੱਗਾ ਖੋਲ੍ਹ ਕੇ ਤਾਂ ਕੋਈ ਹਾਲੀ ਕਿੰਨਾ ਕੁ ਗਿਆ ਹੋਣਾ, ਕਿੱਲਾ 1.5 ਕਿੱਲਾ ਗਿਆ ਅਤੇ ਪਿੱਛੋਂ ਉਹਨੂੰ ਵੀ ਅੱਖ ਖੁੱਲ੍ਹ ਗਈ ਵੀ ਮੇਰਾ ਢੱਗਾ ਖੁੱਲ੍ਹ ਜਾਂਦਾ। ਉਹ ਛੇਤੀ ਨਾਲ ਉੱਠਿਆ, ਉੱਠ ਕੇ ਘੋੜੀ ਵੱਲ ਹੋਇਆ। ਘੋੜੀ ਨੂੰ ਸੰਗਲ ਸੀ, ਸੰਗਲ ਨੂੰ ਤਾਲਾ ਸੀ। ਉਹ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਖੋਲ੍ਹਦਿਆਂ ਡਾਂਗ ਸੋਟਾ ਫੜਦਿਆਂ ਉਹ ਕੁਝ ਨਾ ਕੁਝ 10-15 ਕਿੱਲਿਆਂ ਦਾ ਪਾੜਾ ਕਰ ਗਿਆ ਚੋਰ। ਢੱਗੇ ਨੂੰ ਉਹ ਤਰੀਕ ਹੀ ਲਿਜਾਂਦਾ ਸੀ ਚੰਗਾ ਤੇਜ਼ ਤੇਜ਼। ਉਹ ਮਗਰੋਂ ਫਿਰ ਘੋੜੀ 'ਤੇ ਚੜ੍ਹਿਆ ਅਤੇ ਘੋੜੀ ਨੇ ਫਿਰ ਢੱਗੇ ਨੂੰ ਕਿੱਥੇ ਜਾਣ ਦੇਣਾ ਸੀ। ਉਹ ਝਾਟੇ 'ਚ ਜਿਹੜੇ ਸਿਰ 'ਤੇ ਚੜ੍ਹਿਆ ਤਾਂ ਅੱਗੋਂ ਚੋਰ ਵੀ ਬੌਂਤਰ ਕੇ ਬੁਖਲਾ ਕੇ ਅਤੇ ਉਸ ਢੱਗੇ ਦੀ ਨੱਥ ਛੱਡ ਦਿੱਤੀ ਅਤੇ ਉਹ ਕੋਲ ਨੇੜੇ ਟਾਹਲੀ ਸੀ, ਉਹ ਭੱਜ ਕੇ ਉਹਦੇ ਤੋਂ ਚੱਲਿਆ, ਉਹ ਟਾਹਲੀ 'ਤੇ ਚੜ੍ਹ ਗਿਆ। ਉਹ ਜੱਟ ਨੂੰ ਵੀ ਗੁੱਸਾ ਚੜ੍ਹਿਆ ਸੀ। ਉਸ ਵਕਤ ਇਹ ਨਹੀਂ ਵੇਖਿਆ ਵੀ ਹੁਣ ਮੈਨੂੰ ਤਰੀਕੇਕਾਰ ਕੀ ਇਖਤਿਆਰ, ਉਹ ਘੋੜੀ ਤੋਂ ਛਾਲ ਮਾਰ ਕੇ ਅਤੇ ਉਹ ਵੀ ਮਗਰ ਉਹਦੇ 'ਤੇ ਟਾਹਲੀ 'ਤੇ ਨਾਲ ਗਾਲ ਮੰਦਾ ਜੋ ਉਹਨੂੰ ਆਉਂਦਾ ਸੀ ਮੂੰਹ 'ਚ ਪਿਆ ਕੱਢੀ ਜਾਵੇ, ਜਾਵੇਂ ਨਾ ਤੇ ਇੰਝ ਕਰਦਿਆਂ ਦਾ ਅਤੇ ਤੈਨੂੰ ਉਹ ਕਰਦਿਆਂ ਦਾ। ਉਹਨੇ ਉੱਤੋਂ ਸਿੱਧੀ ਛਾਲ ਮਾਰੀ ਚੋਰ ਨੇ, ਉਹ ਘੋੜੀ ਦੇ ਉੱਤੇ ਸਿੱਧੀ ਉਹਨੇ ਛਾਲ ਮਾਰੀ ਅਤੇ ਘੋੜੀ ਭਜਾ ਕੇ ਅਤੇ ਉਸ ਆਖਿਆ ਜੱਟ ਨੂੰ, ਉਸ ਆਖਿਆ ਲੈ ਤੂੰ ਢੱਗਾ ਲੈ ਜਾ ਅਤੇ ਮੈਂ ਘੋੜੀ ਲੈ ਜਾਣਾ। ਇਸ ਵਕਤ ਅਸੀਂ 2-3 ਦਿਨ ਮੁਖਤਲਿਫ ਆਪਣੇ ਤੌਰ 'ਤੇ ਵੀ ਗੱਲ ਕੀਤੀ ਉੱਥੇ ਜਿਹੜੀ ਸਿਆਸੀ ਉਖਾੜ ਪਟਕ ਇਸ ਵਕਤ ਚੱਲ ਰਹੀ ਹੈ ਔਰ ਜੋ ਉੱਥੇ ਸਿਲਸਿਲਾ ਚੱਲੇ ਆ ਅਤੇ ਬਾਜ਼ ਦੋਸਤਾਂ ਦੇ ਬਜ਼ੁਰਗਾਂ ਦੇ ਸੀਨੀਅਰ ਲੋਕਾਂ ਦੇ ਉਹਨਾਂ ਦੇ ਕਾਲਮ, ਉਹਨਾਂ ਦੇ ਤਜਜ਼ੀਏ, ਉਹਨਾਂ ਦੀ ਗੁਫ਼ਤਗੂ ਉਹਦਾ ਵੀ ਜ਼ਿਕਰ ਕੀਤਾ। ਲੇਕਿਨ ਹਾਲਤ ਹੁਣ ਉੱਥੇ ਇਹ ਹੀ ਬਣੀ ਪਈ ਹੈ ਕਿ ਚੂੰਕਿ ਜਜ਼ਬਾਤੀਅਤ ਦਾ ਇਸ ਵਕਤ ਰਾਜ ਹੈ ਔਰ ਨਾਅਰੇਬਾਜ਼ੀ ਦੇ ਨਾਲ ਲੀਡਰ ਵੀ ਅਤੇ ਉਹਨਾਂ ਦੇ ਪੈਰੋਕਾਰ ਵੀ ਸਾਰਿਆਂ ਦੀ ਟ੍ਰੇਨਿੰਗ ਨਾਅਰੇਬਾਜ਼ੀ 'ਤੇ ਹੋਈ ਹੈ। ਨਾਅਰਿਆਂ 'ਚ ਉਹ ਜੱਟ ਵਾਲਾ ਹਿਸਾਬ ਹੈ ਕਿ ਮਗਰੋਂ ਬੜੇ ਗੁੱਸੇ ਨਾਲ ਪਹਿਲਾਂ ਜੇ ਭੱਜ ਕੇ ਘੋੜੀ ਵੱਲ ਹੁੰਦੇ ਨੇ, ਘੋੜੀ ਨੂੰ ਅੱਗੋਂ ਸੰਗਲ ਵੱਜੇ ਨੇ। ਇਹ ਉਹ ਮਤਲਬ ਹੁਣ ਮੈਂ ਇਸ ਜਿਹੜੀ ਮਿਸਾਲ ਹੈ ਨਾ ਇਹਦੀਆਂ ਡੀਸਾਈਫਰ ਅੰਗਰੇਜ਼ੀ 'ਚ ਆਉਂਦੇ ਨੇ ਕਿ ਕੋਡ ਦੇ ਵਿੱਚ ਗੱਲ ਕੀਤੀ ਹੋਵੇ ਤੁਹਾਨੂੰ ਡੀ ਕੋਡ ਕਰਨਾ, ਉਹਦੀ ਤਸ਼ਰੀਹ ਕਰਨਾ, ਉਹਦਾ ਮਤਲਬ ਦੱਸਣਾ, ਉਹਦੇ ਇਸਤਾਰੇ ਜਿਹੜੇ ਨੇ ਉਹਨਾਂ ਨੂੰ ਖੋਲ੍ਹਣਾ।
ਜੇ ਘੋੜੀ ਵੱਲ ਭੱਜ ਕੇ ਹੋਏ ਨੇ, ਪਤਾ ਲੱਗ ਗਿਆ ਨੇ ਵੀ ਸਾਡਾ ਟੱਗਾ ਖੁੱਲਿਆ, ਤੇ ਟੱਗਾ ਲਈ ਵੀ ਉਹਨਾਂ ਦੇ ਕੋਲੋਂ ਜਾਂਦੇ ਨੇ। ਲੇਕਿਨ ਜਿਸ ਵੇਲੇ ਭੱਜ ਕੇ ਮਗਰ ਘੋੜੀ ਵੱਲ ਹੋਇਆ, ਘੋੜੀ ਨੂੰ ਅੱਗੋਂ ਸੰਗਲ ਵੱਜਿਆ, ਸੰਗਲ ਨੂੰ ਤਾਲਾ ਵੱਜਿਆ। ਇਹ ਉਹ ਆਈਨੀ ਤਰ੍ਹਾਂ ਨੇ ਜਿਹੜੀਆਂ ਆਪਣੇ ਆਪਣੀ ਲਾਲਚ ਨਾਲ, ਆਪਣੇ ਆਪਣੀ ਅੰਡਰਸਟੈਂਡਿੰਗ ਨਾਲ, ਆਪਣੇ ਉਸ ਵਕਤ ਦੇ ਜਿਹੜਾ ਇਹਨਾਂ ਨੂੰ ਜਿਹੜੀ ਚੀਜ਼ ਵਾਰੇ ਆਉਂਦੀ ਸੀ ਉਹਦੇ ਮੁਤਾਬਿਕ, ਕਿਉਂਕਿ ਕੀਤਾ ਤਾਂ ਸਾਰਿਆਂ ਹੀ ਇੰਜ ਨਾ ਕਿ ਜਿਸ ਵੇਲੇ ਸਮਝਿਆ ਕਿ ਹੁਣ ਅੱਗ ਦਾ ਸੇਕ ਚੋਖਾ ਹੋਣ ਲੱਗ ਪਿਆ, ਉਸ ਵੇਲੇ ਛੇਤੀ ਨਾਲ ਆਖਿਆ ਕਿ ਚਲੋ ਉਰਾਂ ਲਿਆਓ ਗੰਢੇ ਦਿਓ, ਅਸੀਂ ਗੰਢਾ ਖਾ ਲੈਂਦੇ ਹਾਂ, ਲਿੱਤਰ ਨਾ ਮਾਰੋ। ਅਤੇ ਜਿਹੜੇ ਗੰਢੇ ਕਿਹੜਾ ਖਾਣੇ ਸੌਖੇ ਹੁੰਦੇ ਨੇ, ਉਸ ਵੇਲੇ ਫਿਰ ਆਉਂਦੇ ਨੇ ਨਹੀਂ ਇਹ ਤਾਂ ਕੰਮ ਔਖਾ, ਹੁਣ ਸਾਨੂੰ ਜੁੱਤੀਆਂ ਮਾਰ ਲਓ। ਅਤੇ ਜਿਹੜੇ ਵੇਲੇ ਇਹਨਾਂ ਦੋਵਾਂ ਤੋਂ ਤੰਗ ਆਉਂਦੇ ਨੇ, ਫਿਰ ਆਉਂਦੇ ਨੇ ਪੈਸੇ ਭਰਦੇ ਨੇ। ਹੁਣ ਉਹ ਚੀਜ਼ਾਂ ਜਿਹੜੀਆਂ ਨੇ ਉਹ, ਕਿਉਂਕਿ ਮੁਲਕਾਂ ਦਾ, ਕੌਮਾਂ ਦਾ ਇੰਜ ਕਰਕੇ ਲੰਬਾ ਅਰਸਾ ਨਹੀਂ ਕੰਮ ਚੱਲਦਾ। ਇਹੋ ਜਿਹੀ ਖਚ ਤਾਂ ਹੁੰਦੀ ਹੈ, ਚਲੋ ਇੱਕ ਅੱਧੀ ਵਾਰੀ ਮਾਰ ਲਈ ਅਤੇ ਫਿਰ ਉਹਦੇ 'ਤੇ ਮਿੱਟੀ ਸ਼ਿੱਟੀ ਪੈ ਗਈ, ਗੱਲ ਪੁਰਾਣੀ ਹੋ ਗਈ। ਬਾਅਦ ਵਾਲਿਆਂ ਧਿਆਨ ਰੱਖਿਆ ਕਿ ਨਹੀਂ ਇਹ ਕੰਮ ਅਗਾ ਨਹੀਂ ਕਰਨਾ। ਅਤੇ ਇਹਨਾਂ ਨੇ ਤਾਂ ਉਹ ਖੇਡ ਬਣਾਈ ਸੀ ਨਾ। ਸਟੇਟਸਮੈਨਸ਼ਿਪ ਜਿਹੜੀ ਹੁੰਦੀ ਹੈ ਉਹ ਦੁਨੀਆ ਦੇ ਵਿੱਚ ਉਹਨੂੰ ਖੇਡ ਔਰ ਮਜ਼ਾਕ ਨਹੀਂ ਸਮਝਿਆ ਜਾਂਦਾ। ਸਿਆਸਤ ਔਰ ਲੀਡਰਸ਼ਿਪ ਜਿਹੜੀ ਹੈ ਉਹ ਇੱਕ ਠੀਕ ਹੈ, ਉਹਨਾਂ ਦੇ ਵਿੱਚ ਛੋਟੇ ਛੋਟੇ ਮਸਾਇਲ ਜ਼ਰੂਰ ਆਉਂਦੇ ਨੇ, ਵੱਡੇ ਮਸਲੇ ਵੀ ਆ ਜਾਂਦੇ ਨੇ, ਲੇਕਿਨ ਜਦੋਂ ਲੀਡਰਾਂ ਦੇ ਸਿਰ 'ਤੇ ਪਵੇ ਉਦੋਂ ਫਿਰ ਉਹ ਗੰਦੀ ਨਹੀਂ ਭੋਗਦੇ, ਉਦੋਂ ਫਿਰ ਉਹ ਹਿੰਮਤ ਕਰਦੇ ਨੇ। ਕਿਉਂਕਿ ਜਿਹੜੇ ਆਮ ਦਿਨਾਂ 'ਚ ਸਵਾਦ ਵੀ ਉਹਨੇ ਲਏ ਹੁੰਦੇ ਨੇ। ਉਹ ਵਿੱਚ ਹੁਣ ਗੱਲ ਦੇ ਵਿੱਚ ਆ ਗਈ, ਮੈਂ ਬਾਅਦ ਵਿੱਚ ਉਹਦੀ ਮਜ਼ੀਦ ਗੱਲ ਘੋੜੀ ਅਤੇ ਢੱਗੇ ਵਾਲੀ ਕਰਨਾ। ਲੰਬਰਦਾਰੀ ਦਾ ਇਲੈਕਸ਼ਨ ਵੀ ਕਿਸੇ ਜ਼ਮਾਨੇ 'ਚ ਹੁੰਦਾ ਸੀ, ਅਤੇ ਉਹ ਕਿਸੇ ਬੰਦੇ ਨੇ ਲੰਬਰਦਾਰੀ ਦਾ ਇਲੈਕਸ਼ਨ ਲੜਿਆ, ਅਤੇ ਉਹਦੇ 'ਤੇ ਫਿਰ ਖਰਚਾ ਵੀ ਹੁੰਦਾ, ਲੋਕਾਂ ਨੂੰ ਜਾਣਾ ਵੀ ਪੈਂਦਾ। ਜ਼ਿਮੀਂਦਾਰਾਂ ਦੀ ਮੁੜ ਐਡੀ ਮਈਸ਼ਤ ਕਿੰਨੀ ਕੁ ਹੁੰਦੀ ਹੈ, ਸਾਲ 2 ਵਾਰੀ ਉਹਨਾਂ ਦੇ ਕੋਲ ਪੈਸੇ ਆਉਣੇ ਹੁੰਦੇ ਨੇ, ਹਾੜੀ 'ਤੇ ਜਾਂ ਸੌਣੀ 'ਤੇ, ਅੱਗੇ ਪਿੱਛੇ ਤਾਂ ਬਸ ਇੰਝ ਹੀ ਹੈ, ਗੁਜ਼ਾਰਾ ਹੀ ਹੈ। ਅਤੇ ਉਹ ਖੈਰ ਇਲੈਕਸ਼ਨ ਲੜਿਆ ਤਾਂ ਉਹਨੂੰ ਮਹਿਸੂਸ ਹੋਇਆ ਵੀ ਪੈਸੇ ਪੂਸੇ ਜਿਹੜਾ ਕੋਈ ਜੋੜਿਆ ਜੰਮਿਆ ਸੀ ਉਹ ਖਰਚ ਹੋ ਗਿਆ ਢੇਰ ਸਾਰਾ ਸਾਡਾ। ਉਹ ਘਰ ਹੀ ਕਿਤੇ ਸਵੇਰੇ ਚੁੱਲ੍ਹੇ 'ਤੇ ਬੈਠਾ ਸੀ, ਅਤੇ ਉਹ ਜਨਾਨੀ ਆਪਣੀ ਨੂੰ ਆਂਦਾ ਕਿ ਵਾਹ ਉੱਜੜ ਗਏ, ਬੜੇ ਪੈਸੇ ਲੱਗ ਗਏ ਨੇ ਮੇਰੇ ਤਾਂ ਲੰਬਰਦਾਰੀ ਦੇ ਇਲੈਕਸ਼ਨ 'ਤੇ। ਉਹ ਵਿਚਾਰੀ ਪਰਾਠੇ ਸ਼ਰਾਠੇ ਬਣਾਉਂਦੀ ਸੀ ਪਈ, ਉਹ ਰੋਟੀ ਘੁੱਟ ਕੇ ਪਕਾਉਣੀ ਪੈਂਦੀ ਉਸ ਟਾਈਮ ਤਵੇ 'ਤੇ, ਅਤੇ ਕੁਝ ਉਹਨੂੰ ਧੂੰਆਂ ਪਿਆ ਸੀ, ਉਹ ਅੱਗੇ ਹੀ ਅੱਕੀ ਸੀ। ਉਸ ਆਖਿਆ ਜੇ ਪੈਸੇ ਲੱਗ ਗਏ ਨਹੀਂ ਤੇ ਵੇ ਲੰਬਰਾ ਕਰਕੇ ਵੀ ਤੈਨੂੰ ਹੀ ਆਵਾਜ਼ ਮਾਰਨੀ ਕਰਨੀ ਹੈ ਨਾ ਲੋਕਾਂ, ਬਾਕੀ ਸਾਰਿਆਂ ਦਾ ਤਾਂ ਨਾਂ ਹੀ ਲੈਂਦੇ ਨੇ, ਤੈਨੂੰ ਹੋਣਾ ਜਨਾਨੀਆਂ ਨੇ ਆਖਣਾ ਕਰਨਾ ਵੇ ਲੰਬਰਾ ਗੱਲ ਸੁਣੀ। ਅਤੇ ਉਹ ਵੇ ਲੰਬਰਾ ਸਦਾਉਣ ਵਾਸਤੇ ਇਹਨਾਂ ਨੂੰ ਲੀਡਰ ਜਿਹੜਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਮੈਂ ਸਾਰੀ ਉਮਰ ਵੇ ਲੰਬਰਾ ਸਦਾਇਆ ਹੈ, ਮੈਨੂੰ ਲੋਕ ਵੇ ਲੰਬਰਾ ਕਰਕੇ ਆਵਾਜ਼ ਦਿੰਦੇ ਰਹੇ ਨੇ, ਅਤੇ ਹੁਣ ਜੇ ਮੁਸੀਬਤ ਪਈ ਹੈ ਤਾਂ ਵੀ ਲੰਬਰ ਨਹੀਂ ਚੱਲਣੀ ਹੈ। ਫਿਰ ਉਹ ਸਾਡੀ ਲੀਡਰਸ਼ਿਪ ਨੇ ਜਦੋਂ ਔਖਾ ਵਕਤ ਆਇਆ, ਜਿਸ ਵੇਲੇ ਉਹਨਾਂ ਦੇ ਉੱਤੇ ਭਾਰਾ ਵਕਤ ਆਇਆ, ਉਹ ਫਿਰ ਛੱਡ ਕੇ ਲਿਤਰੀਆਂ ਸੱਟ ਕੇ ਨੱਸੇ ਨੇ, ਕਦੀ ਸਿਰ 'ਤੇ ਨਹੀਂ ਖਲੋਤੇ। ਇਸ ਵਾਸਤੇ ਜਿਹੜੇ ਸ਼ਾਰਟ ਟਰਮ, ਛੋਟੀ ਨਜ਼ਰ, ਦੂਰ ਤੱਕ ਉਹਨਾਂ ਨੂੰ ਨਜ਼ਰ ਆਉਂਦਾ ਹੈ ਜੇ ਵੇਖਣਾ ਚਾਹਣਗੇ, ਉਹਨਾਂ ਦੀ ਨਜ਼ਰ ਚੂੰਕਿ ਦੂਰ ਤੱਕ ਨਹੀਂ ਜਾਂਦੀ, ਦੂਰ ਤੱਕ ਉਹ ਵੇਖਣਾ ਅਫੋਰਡ ਨਹੀਂ ਕਰ ਸਕਦੇ। ਉਹਨਾਂ ਦੇ ਜ਼ਾਤੀ ਵਕਤੀ ਫੌਰੀ ਮਫਾਦ ਦੀ ਖਾਤਰ ਹੁੰਦੀਆਂ ਨੇ, ਪੈਸ਼ਨ ਦੀ ਖਾਤਰ, ਕਮਿਟਮੈਂਟ ਦੀ ਖਾਤਰ, ਮਕਸਦ ਦੀ ਖਾਤਰ ਕੁਰਬਾਨੀਆਂ ਕੋਈ ਨਹੀਂ ਕਿਸੇ ਦਿੱਤੀਆਂ ਅੱਜ ਤੱਕ। ਹੁਣ ਸਾਡੇ ਸਹਾਫੀ ਦੋਸਤ ਬਹੁਤ ਸਾਰੇ ਜਮਹੂਰੀਅਤ ਪਸੰਦ, ਜਮਹੂਰੀਅਤ ਦੇ ਉੱਤੇ ਜਿਹੜੇ ਕੁਰਬਾਨ ਜਾਂਦੇ ਨੇ, ਅਸੀਂ ਆਪ ਆਨੇ ਹਾਂ ਬਿਲਕੁਲ ਜਮਹੂਰੀਅਤ ਹੋਣੀ ਚਾਹੀਦੀ ਹੈ, ਲੇਕਿਨ ਜਮਹੂਰੀਅਤ ਹੋਣੀ ਚਾਹੀਦੀ ਹੈ ਨਾ। ਹੁਣ ਇਸ ਵੇਲੇ ਇਹ ਵੇਖ ਕਿ ਉਹ ਢੱਗਾ ਖੁੱਲ੍ਹ ਗਿਆ ਨਜ਼ਰ ਆਉਂਦਾ ਪਿਆ, ਹੁਣ ਭੱਜ ਕੇ ਘੋੜੀ ਵੱਲ ਹੋਏ ਨੇ, ਘੋੜੀ ਦੇ ਅੱਗੇ ਉਹਨੂੰ ਤਾਲੇ ਲੱਗੇ ਨੇ, ਉਹਨੂੰ ਆਈਨ ਦੇ ਵਿੱਚ ਉਹ ਜਿਹੀਆਂ ਤਰਮੀਮਾਂ ਆਪਣੇ ਹੱਥਾਂ ਨਾਲ ਕਰ ਬੈਠੇ ਨੇ। ਉਹਨੇ ਚਿਰ ਚੋਰ ਜ਼ਿਆਦਾ ਦੂਰ ਲਈ ਜਾਂਦਾ ਢੱਗੇ ਨੂੰ। ਜਿਹੜੇ ਵੇਲੇ ਅੱਗੋਂ ਲੜਾਈ ਪਾ ਕਰਦੇ ਨੇ, ਜਿਹੜੇ ਇਸ ਵਕਤ ਨਾਅਰੇਬਾਜ਼ੀਆਂ ਹੋ ਰਹੀਆਂ ਨੇ, ਜਿਹੜੀ ਇਸ ਵਕਤ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜਿਹੜੇ ਇਸ ਵਕਤ ਲਾਂਗ ਮਾਰਚ ਅਤੇ ਅਸਤੀਫੇ ਅਤੇ ਇਹਨਾਂ ਚੀਜ਼ਾਂ ਦੀ ਗੱਲ ਵੀ ਕੀਤੀ ਜਾਂਦੀ, ਇਹਦੇ ਵਿੱਚ ਵੀ ਬਦਨੀਤੀ ਸ਼ਾਮਿਲ। ਇਹਦੇ 'ਚ ਕਦੋਂ ਨੀਅਤ ਸ਼ਾਮਿਲ? ਦੋ ਵੱਡੇ ਵੱਡੇ ਜਿਹੜੇ ਇਸ ਵਕਤ ਥੰਮ ਨੇ, ਨੂਨ ਲੀਗ ਵਾਲਿਆਂ ਵੇਖਣਾ, ਪੀਪਲ ਪਾਰਟੀ ਵਾਲੇ ਪਹਿਲਾਂ ਮਤਲਬ ਖੂਦ ਛਾਲ ਮਾਰਨ, ਉਹਨਾਂ ਆਖਣਾ ਪਹਿਲਾਂ ਇਹ ਮਾਰਨ, ਫਿਰ ਇਹਨਾਂ ਆਖਣਾ ਤੁਹਾਡਾ ਫਲਾਣਾ ਮਾਰੇ, ਸਾਡੀ ਮਰੀਅਮ ਬਚ ਜਾਏ, ਤੁਹਾਡਾ ਬਿਲੌਲ ਜਾਂਦਾ ਤਾਂ ਜਾਏ। ਉਹਨਾਂ ਆਖਣਾ ਨਹੀਂ ਤੁਸੀਂ ਇੰਜ ਕੰਮ ਕਰੋ, ਬਿਲੌਲ ਨੂੰ ਅਸਰ ਰੱਖ ਕੇ ਕੀ ਕਰਨਾ, ਇਹਨੂੰ ਜਾਣ ਦਿਓ, ਮਰੀਅਮ ਠੀਕ ਹੈ। ਇਹਨਾਂ ਦੋਵਾਂ ਦੇ ਪਿੱਛੇ ਸ਼ਹਿਬਾਜ਼ ਸ਼ਰੀਫ ਦਾ ਮੁੰਡਾ ਜਿਹੜਾ ਉਹ ਹਾਲੇ ਜੇਲ੍ਹ 'ਚ ਬੈਠਾ। ਚੌਧਰਾ ਜਿਹੜੀਆਂ ਨੇ, ਚੌਧਰ ਤੇ ਇਹਨਾਂ ਦੀ ਜ਼ਾਤੀ ਸੀ ਨਾ, ਆਵਾਮ ਦੀ ਚੌਧਰ ਜੇ ਹੁੰਦੀ। ਅਤੇ ਇਸ ਵਕਤ APC ਜਦੋਂ ਹੋਈ ਹੈ ਨਾ ਜਨਾਬ, ਉੱਥੇ
ਉਹ ਆਪਣਾ ਅਚਕਜ਼ਈ ਸਾਹਿਬ ਗੱਲ ਕਰਦਿਆਂ ਪਿਆ ਆਂਦੇ ਨੇ ਇਹ ਹਿਜ਼ਬੁਤ ਉਹ ਆਪਣਾ ਤਹਿਰੀਰ ਸਕੁਆਇਰ ਵਾਲਾ ਮਾਹੌਲ, ਉਹ ਤਹਿਰੀਰ ਸਕੁਆਇਰ ਦਾ ਨਾਂ ਉਹਨਾਂ ਨੂੰ ਯਾਦ ਪਿਆ ਹੁੰਦਾ ਸੀ ਨਾ ਮੈਨੂੰ ਕੋਈ ਪਤਾ ਪੂਰਾ ਨਾਮ ਸਿੱਧਾ ਕਿਵੇਂ ਲਈਦਾ। ਉਹ ਇੱਧਰੋਂ ਉੱਧਰੋਂ ਪੁੱਛ ਕੇ ਆਉਂਦੇ ਨੇ ਉਹ ਕਿੱਥੇ ਇਕੱਠੇ ਹੋਏ ਸਨ ਡਿਕਟੇਟਰਸ਼ਿਪ ਦੇ ਖਿਲਾਫ। ਉਹਨਾਂ ਦੱਸਿਆ ਫਿਰ ਵੀ ਉਹ ਤਹਿਰੀਰ ਸਕੁਆਇਰ ਸੀ। ਆਖਿਆ ਅਸੀਂ ਵੀ ਇੱਥੇ ਤਹਿਰੀਰ ਸਕੁਆਇਰ ਬਣਾ ਦਿਆਂਗੇ। ਤਹਿਰੀਰ ਸਕੁਆਇਰ ਤਾਂ ਬਣਦੇ ਨੇ ਜਿਸ ਵੇਲੇ ਕੌਮ ਨੂੰ ਅਫਰਾਦੇ ਕੌਮ ਜਿਹੜੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਇੱਕ ਲੈਵਲ 'ਤੇ ਉਹਨਾਂ ਨੂੰ ਐਜੂਕੇਟ ਕੀਤਾ ਹੋਵੇ, ਉਹਨਾਂ ਨੂੰ ਤੁਹਾਡੀ ਕਮਿਟਮੈਂਟ ਨਜ਼ਰ ਆਉਂਦੀ ਹੋਵੇ, ਉਹਨਾਂ ਤੁਹਾਡੀ ਸੱਚਾਈ ਵੇਖੀ ਹੋਵੇ, ਉਹਨਾਂ ਤੁਹਾਡੀ ਦਿਆਨਤਦਾਰੀ ਵੇਖੀ ਹੋਵੇ। ਹੁਣ ਤੱਕ ਤੇ ਕਿਸੇ ਵੇਖੀ ਕੋਈ ਨਹੀਂ। ਤੇ ਬੜੇ ਕਿਸੇ ਜਿਹੜੇ ਇਮਰਾਨ ਖਾਨ ਦੀ ਕੋਈ ਗੱਲ ਕਰਦੇ ਨੇ ਉਹ ਸਿਆਣੇ ਬੰਦੇ ਵਿੱਚ ਬਿਲਕੁਲ ਸਿੱਧੀ ਗੱਲ ਢੂੰਡ ਲੈਂਦੇ ਨੇ। ਉਹਨਾਂ ਆਖਿਆ ਪਹਿਲੀ ਵਾਰੀ ਆਇਆ ਨਾ, ਜਾਂ ਤਾਂ ਹੋਵੇ ਅੱਗੇ ਕੋਈ 1 2 3 ਟਰਮਾਂ ਭੁਗਤਾਈਆਂ ਸੋ ਤੇ ਫਿਰ ਇਹ ਕਰਪਟ ਨਹੀਂ। ਹੁਣ ਤੱਕ ਇਹਦੇ ਕੋਲ ਇੰਟੈਲੈਕਚੁਅਲ ਕਰਪਸ਼ਨ ਹੋ ਸਕਦੀ ਸੀ, ਉਹਨੇ ਰੱਜ ਕੇ ਕੀਤੀ। ਇੰਟੈਲੈਕਚੁਅਲ ਡਿਸਓਨੈਸਟੀ ਜਿਹੜੀ ਹੈ ਬਾਅਦ ਦਫਾ ਜਿਹੜੇ ਬਾਕੀ ਪੈਸੇ ਤੁਸੀਂ ਤਰੋੜ ਕੇ ਖਾ ਗਏ ਹੁੰਦੇ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਦੇ ਜਾਂਦੀ। ਉਹਦੇ ਕੋਲੋਂ ਕਦੋਂ ਸਟੈਂਡ ਲਿਆ ਗਿਆ ਸਾਨੂੰ ਬਾਹਰ ਠੀਕ ਹੈ। ਜਿਨ੍ਹਾਂ ਨੂੰ ਅੰਦਾਜ਼ਾ ਹੋ ਜਾਂਦਾ ਸੀ ਉਹ ਤੇ ਆਤਿਫ ਮੀਆਂ ਦੀ ਵਾਰੀ ਮੈਂ ਕਈ ਵਾਰੀ ਨਾਂ ਕੋਟ ਕਰ ਬੈਠਾ ਜ਼ਾਤੀ ਤੌਰ 'ਤੇ, ਖੈਰ ਨਾ ਕੋਈ ਉਹਦੇ 'ਚ ਆਤਿਫ ਮੀਆਂ ਨੇ ਚੌਲ ਖਾਣੇ ਸਨ ਨਾ ਉਹਨੂੰ ਕੋਈ ਬਹੁਤ ਠੀਕ ਹੈ ਵਤਨ ਦਾ ਜਾਂ ਜਿੱਥੇ ਦਾ ਬੰਦਾ ਹੋਵੇ ਉੱਥੋਂ ਦਾ ਦਿਲ ਤਾਂ ਹੁੰਦਾ ਕਿ ਅੱਲਾ ਕਰੇ ਕਿ ਉਹਨਾਂ ਦੀ ਬਿਹਤਰੀ ਆ ਜਾਏ। ਲੇਕਿਨ ਇਹ ਨਹੀਂ ਸੀ ਵੀ ਅੱਗੇ ਉਹਨੇ ਕੋਈ ਪਾਕਿਸਤਾਨ ਦੇ ਵਿੱਚ ਆ ਕੇ ਤਾਂ ਉਸ ਐਡਵਾਈਜ਼ਰੀ ਕੌਂਸਲ ਦਾ ਮੈਂਬਰ ਬਣਨਾ ਸੀ ਤੇ ਫਿਰ ਉਹਦਾ ਘਰ ਤਵਾ ਤਪਣਾ ਸੀ। ਉਹਦਾ ਕੰਮ ਚੱਲਦਾ ਸੀ ਪਿਆ, ਉਹਨੂੰ ਦੁਨੀਆ ਜਾਣਦੀ ਹੈ, ਉਹਦਾ ਅੱਗੇ ਨਿਜ਼ਾਮ ਚੱਲੇ ਆ ਸਾਰਾ ਕੁਝ। ਉਹਨੇ ਤਾਂ ਜੇ ਕਰਨਾ ਸੀ ਤੇ ਉਹ ਤੁਹਾਡੇ ਫਾਇਦੇ ਵਾਸਤੇ ਕਰਨਾ ਸੀ, ਕੌਮ ਦੇ ਵਾਸਤੇ। ਔਰ ਦੂਜੀ ਗੱਲ ਇਹ ਵੇ ਕਿ ਜਦੋਂ ਧਰਨੇ 'ਚ ਨਾਂ ਲਿਆ ਕੇ ਉੱਚੀ ਉੱਚੀ ਲੋਕਾਂ ਨੂੰ ਵੱਧ ਪਿਆ ਕਰਦਾ ਸੀ ਇਮਰਾਨ ਖਾਨ, ਉਦੋਂ ਮਤਲਬ ਹੈ ਕਿ ਆਤਮ ਮੀਆਂ ਨੇ ਗੁੜ ਕੇ ਲਿਆ ਸੀ ਉਹਨੂੰ ਵੀ ਮੇਰਾ ਜ਼ਰੂਰ ਨਾਂ ਲਈ ਤੂੰ ਉੱਥੇ। ਇਸ ਵਾਸਤੇ ਉਸ ਵੇਲੇ ਉਸ ਵੇਖਿਆ ਕਿ ਜਨਾਬ ਇੰਜ ਇਹ ਬੰਦੇ ਜਿਹੜੇ ਨਾ ਇਸ ਸਟੇਟਸ ਦੇ ਬੰਦੇ ਚਾਹੀਦੇ ਨੇ, ਇਸ ਕੈਲੀਬਰ ਦੇ ਔਰ ਇਸ ਕਿਸਮ ਦੀ ਸੋਚ ਰੱਖਣ ਵਾਲੇ ਬੰਦੇ ਚਾਹੀਦੇ ਨੇ। ਲੇਕਿਨ ਜਿਹੜੇ ਵੇਲੇ ਇਕਤਦਾਰ ਆ ਜਾਂਦਾ, ਇਕਤਦਾਰ ਤੋਂ ਬਾਅਦ ਕਦੋਂ ਸੱਚਾਈ ਨਸੀਬ ਹੁੰਦੀ ਹੈ। ਔਰ ਖੈਰ ਉਹਨੇ ਇਕਤਦਾਰ ਲਿਆ ਹੁੰਦਾ ਤੇ ਫਿਰ ਵੀ ਸ਼ਾਇਦ ਕੋਈ ਗੱਲ ਸੀ, ਇਕਤਦਾਰ ਤਾਂ ਉਹਨੂੰ ਮਿਲਿਆ ਤੇ ਜਦੋਂ ਇੰਜ ਕਰਕੇ ਲੱਭੀ ਇਹ ਤੇ ਚਲੋ ਉਹਦਾ ਮਕਸਦ ਇਹ ਸੀ ਕਿ ਮਤਲਬ ਕਿ ਜਦੋਂ ਖੁਦਾ ਦੇ ਹਜ਼ੂਰ ਪੇਸ਼ ਹੋਵੇ ਤੇ ਉਹਦਾ ਨਾਂ ਜਿਹੜਾ ਨਾ ਵਜ਼ੀਰ ਆਜ਼ਮਾਂ 'ਚ ਉਹਨੂੰ ਆਵਾਜ਼ ਵੱਜੇ ਤੇ ਚਲੋ ਉਹ ਤਾਂ ਹੁਣ ਉਹਦਾ ਮਕਸਦ ਹੋ ਗਿਆ ਪੂਰਾ। ਲੇਕਿਨ ਕੰਮ ਜੇ ਆਖੋ ਨਾ ਕੋਈ ਵੀ ਉਹਨੇ ਕੋਈ ਕਰਕੇ ਗਿਆ ਜਾਂ ਉਹਦੇ ਕ੍ਰੈਡਿਟ 'ਤੇ ਵੀ ਹਾਲੇ ਤੱਕ ਕੁਛ ਨਹੀਂ। ਕਿਉਂਕਿ ਜੇ ਇਹ ਗੱਲਾਂ ਸਾਨੂੰ ਇੱਥੇ ਬੈਠਿਆਂ ਦਿਸਦੀਆਂ ਨੇ ਪਈਆਂ ਤੇ ਸਾਨੂੰ ਇਹ ਨਜ਼ਰ ਵੀ ਆ ਜਾਂਦੀਆਂ ਨੇ ਤੇ ਉਹਨੂੰ ਜਿਹਨੂੰ 10-10 ਬਰੀਫਿੰਗ ਰੋਜ਼ ਦੇਣੀਆਂ ਹੁੰਦੀਆਂ ਨੇ ਅਸੂਲਨ ਆਫੀਸ਼ੀਅਲੀ, ਉਹਨੂੰ ਵੀ ਤਾਂ ਕੋਈ ਪਤਾ ਸੁਰ ਹੈ ਕਿ ਨਹੀਂ। ਲੇਕਿਨ ਜ਼ਾਹਿਰ ਹੈ ਕਿ ਉਹ ਡੰਗ ਟਪਾਊ, ਉਹਦਾ ਮਕਸਦ ਤੇ ਵੇ ਕਿ ਹੁਣ ਕਿਵੇਂ ਕਰਕੇ ਗੱਲ ਚੱਲੀ ਜਾਏ, ਕਦੀ ਉਹਨੂੰ ਫੜ ਕਦੀ ਉਹਨੂੰ ਹਟਾ ਉਹਦੇ ਨਾਲ। ਲੇਕਿਨ ਹੁਣ ਫਵਾਦ ਚੌਧਰੀ ਦੀ ਜੇ ਤੁਸੀਂ ਤਾਰੀਫ ਕਰੀਏ ਵੀ ਤੇ ਫਵਾਦ ਚੌਧਰੀ ਉਹਨੂੰ ਵੀ ਐਡਾ ਚੰਗਾ ਕੋਈ ਨਹੀਂ ਲੱਗਦਾ। ਪਹਿਲਾਂ ਉੱਥੋਂ ਚੁੱਕ ਫਿਰ ਉੱਥੇ ਪਾ ਫਿਰ ਉੱਥੇ ਪਾ। ਇਹ ਅੱਜ ਉਹਨਾਂ ਦੀ ਖਬਰ ਸੁਣੀ ਕਿ ਉਹਨਾਂ ਨੇ ਆਪਣਾ ਸਾਇੰਸ ਦੇ ਵਜ਼ੀਰ ਦੇ ਤੌਰ 'ਤੇ ਫੈਸਲਾਬਾਦ ਦੇ ਕੋਲ ਕਰਕੇ ਤੇ ਇੱਕ ਐਸਾ ਇੰਡਸਟਰੀਅਲ ਜ਼ੋਨ ਕਾਇਮ ਕੀਤਾ ਕਿ ਜਿਹਦੇ 'ਚ ਉੱਥੇ ਲੋਕਲੀ ਪਾਕਿਸਤਾਨ ਦੇ ਅੰਦਰ ਸਰਿੰਜਾਂ ਸੂਈਆਂ ਮੈਡੀਕਲ ਸਰਜਰੀ ਦੇ ਆਲਾਤ ਜਿਹੜੇ ਪਾਕਿਸਤਾਨ 'ਚ ਮੁਮਕਿਨ ਨੇ ਔਰ ਮੁਮਕਿਨ ਪਾਕਿਸਤਾਨ 'ਚ ਢੇਰ ਸਾਰੀਆਂ ਸ਼ੈਵਾਂ ਨੇ, ਸਿਰਫ ਕੋਈ ਕਰਨ ਵਾਲਾ ਹੋਵੇ ਤੇ ਉਹਨਾਂ ਉਹਦਾ ਇਫਤਤਾਹ ਕੀਤਾ। ਉਹਦੇ 'ਚ ਇਹ ਵੇ ਕਿ 2-3 ਸਾਲ ਦੇ ਵਿੱਚ ਇਹ ਜਿੰਨੀਆਂ ਚੀਜ਼ਾਂ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਸਨ ਇਹ ਪਾਕਿਸਤਾਨ ਮੇਡ, ਪਾਕਿਸਤਾਨ ਦੇ ਅੰਦਰ ਹੀ ਇਹ ਜ਼ਰੂਰਤਾਂ ਪੂਰੀਆਂ ਹੋਣ ਲੱਗ ਪੈਣਗੀਆਂ। ਬਹੁਤ ਅੱਛਾ ਇਨੀਸ਼ੀਏਟਿਵ ਹੈ। ਕੁਝ ਵਿੱਚ ਉਹਨਾਂ ਦੇ ਕਰਦੇ ਵੀ ਨੇ, ਲੇਕਿਨ ਉਹ ਤਾਂ ਫਿਰ ਖੋਹ ਖਸੋਟ ਕੇ ਹੀ ਹੈ ਜਾਂ ਮਤਲਬ ਉਹਦਾ ਕੋਈ ਜੇ ਤੁਸੀਂ ਆਖੋ ਨਾ ਵੀ ਇਹ ਇਮਰਾਨ ਖਾਨ ਦੀ ਪਾਲਿਸੀਜ਼ ਦੇ ਨਤੀਜੇ 'ਚ ਹੋ ਗਿਆ, ਉਹ ਕੋਈ ਨਹੀਂ। ਉਹ ਵਿਚਾਰਾ ਜਿੱਥੋਂ ਤੱਕ ਉਹ ਫਵਾਦ ਚੌਧਰੀ ਦਾ ਹੱਥ ਪੈਂਦਾ ਉਹ ਕਰ ਲੈਂਦਾ। ਕੁਝ ਕਈ ਵਿੱਚ ਹੁੰਦੇ ਵੀ ਨੇ ਨਾ ਕੋਈ ਸਾਰੀਆਂ ਗੱਲਾਂ ਨਾ ਮੰਨਣ ਵਾਲੇ ਵਜ਼ੀਰ ਵਿੱਚ ਲੂਡਲੇ ਜੇ ਤੇ ਅਥਰੇ ਜੇ, ਤੇ ਉਹਦਾ ਉਹ ਹਿਸਾਬ ਹੈ। ਬਾਕੀ ਸਾਰਿਆਂ ਦਾ ਹਿਸਾਬ ਕਿਤਾਬ ਤੁਸੀਂ ਵਹਿੰਦੇ ਪਏ ਹੋ। ਉਹ ਸ਼ਫਕਤ ਮਹਿਮੂਦ 'ਚ ਕੋਈ ਹੈ ਹੌਸਲਾ, ਮਤਲਬ ਉਹਨੂੰ ਆਨੰਗ ਹੈ, ਆਨੰਗ ਮੈਂ ਜਰਮਨੀ ਦਾ ਲਫ਼ਜ਼ ਬੋਲਦਾ ਪਿਆ, ਉਹਨੂੰ ਕੋਈ ਅਕਲ ਮਤ ਹੈ, ਪੜ੍ਹਿਆ ਲਿਖਿਆ। ਲੇਕਿਨ ਉਹ ਠੀਕ ਹੈ ਤਾਲੀਮ ਦੀ ਹੱਦ ਤੱਕ ਉਹਦਾ ਕੋਲ ਜਿੰਨਾ ਮੁਮਕਿਨ ਹੈ। ਲੇਕਿਨ ਇੱਕ ਹੁੰਦੇ ਨੇ ਫੈਸਲਾ ਕੁਨ ਕਿਸਮ ਦੇ ਕੰਮ, ਉਹ ਜਿਹੜੀ ਹਕੂਮਤੀ ਪਾਰਟੀ ਅਤੇ ਉਹਦੇ ਕੈਬਨਿਟ 'ਚ ਉਹ ਤਾਂ ਕੋਈ ਨਹੀਂ ਪੇ ਕਰਦੇ। ਜਿਹੜੇ ਹੁਣ ਬਾਹਰ ਵਾਲੇ ਨੇ ਜਿਹੜੇ ਇਸ ਵਕਤ ਜਿਨ੍ਹਾਂ ਨੂੰ ਦਿਸ ਪਿਆ ਅਚਾਨਕ ਸੁੱਡਾ ਖੜਕਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਅੱਖ ਖੁੱਲ੍ਹ ਗਈ ਅਚਾਨਕ,
ਉਹਨਾਂ 53 ਮਿੰਟਾਂ ਦੀ ਹੁਣ ਤਕਰੀਰਾਂ ਹੋਣ ਲੱਗ ਪਈਆਂ ਨੇ। ਅੱਜ ਉਹ ਅਯਾਜ਼ ਅਮੀਰ ਸਾਹਿਬ ਵੀ ਆਖਿਆ ਜੀ ਬੜੀ ਤਕਰੀਰ ਹੋਈ ਹੈ, ਅਤੇ ਵੇਖੋ ਸਹੀ ਉਹਨੇ ਗੱਲ ਕੀ ਕੀਤੀ ਹੈ। ਲੇਕਿਨ ਇਹਨਾਂ ਤੋਂ ਪਹਿਲਾਂ ਚੁੱਕੇ ਵਸਤੁੱਲਾ ਗੱਲ ਕਰ ਚੁੱਕੇ ਸਨ। ਉਹਨੇ ਆਖਿਆ ਇਸ ਤਕਰੀਰ ਨੇ ਤੇ ਸਾਨੂੰ ਖੂਨ ਦੇ ਆਂਸੂ ਰੁਲਾ ਦਿੱਤੇ ਨੇ, ਬੜੇ ਬੜੇ ਵੱਡੇ ਲੀਡਰ ਯਾਦ ਆਏ ਨੇ ਇਸ ਤਕਰੀਰ ਨਾਲ, ਪਰ ਇਹ ਤਕਰੀਰ ਤਲਾਕ ਤੋਂ ਬਾਅਦ ਕਿਉਂ ਯਾਦ ਆਉਂਦੀ ਹੈ ਇਹਨਾਂ ਨੂੰ? ਇਹ ਜਦੋਂ ਰੱਜ ਕੇ ਰਲੀ ਵਸਦੇ ਪਏ ਹੁੰਦੇ ਨੇ ਉਹਨਾਂ ਦਿਨਾਂ ਜਦੋਂ ਇਹ ਖਿਆਲ ਕਿਉਂ ਨਹੀਂ ਆਉਂਦੇ? ਹੁਣ ਉਹ ਢੱਗੇ ਤੇ ਘੋੜੀ ਵਾਲਾ ਰੌਲਾ ਪਿਆ। ਉਹ ਜਿਹੜੇ ਨੇ ਉਹ ਆਉਂਦੇ ਨੇ ਜੇ ਤੁਸੀਂ ਢੱਗਾ ਲਿਲ ਵੀ ਲਿਆ ਸਾਡੇ ਕੋਲ ਮਗਰ ਚੜ੍ਹ ਕੇ, ਤੇ ਫਿਰ ਘੋੜੀ ਅਸੀਂ ਲੈ ਜਾਂਦੇ। ਇਹ ਖਿੱਚਾ ਧਰੋਈ ਚੱਲ ਰਹੀ। ਲੇਕਿਨ ਬਦਨੀਤੀ ਦਾ ਜਾਂ ਹੁਸਨੇ ਨੀਅਤ ਨਾ ਹੋਣ ਦਾ ਇਜ਼ਹਾਰ ਇੱਥੋਂ ਹੈ ਕਿ ਜਾਂ ਤਾਂ ਇਹ ਹੋਵੇ ਨਾ ਕਿ ਨੂਨ ਲੀਗ ਪਾਰਟੀ ਦੇ ਤੌਰ 'ਤੇ ਰਵੇ, ਕੋਈ ਹਰਜ ਨਹੀਂ, ਉਹਨੂੰ ਮੌਜੂਦ ਹੋਣਾ ਚਾਹੀਦਾ, ਪਾਰਟੀ ਹੋਣੀ ਚਾਹੀਦੀ। ਲੇਕਿਨ ਨੂਨ ਲੀਗ ਦੇ ਵਿੱਚੋਂ ਪੂਰੇ ਪਾਕਿਸਤਾਨ 'ਚ 3 ਟੈਨਿਓਰ ਤੋਂ ਇਹ ਲੋਕ ਹਕੂਮਤ ਕਰ ਸਕੇ ਨੇ, ਇੱਕ ਵੀ ਬੰਦਾ ਮਰੀਮ ਦੇ ਤੋਂ ਇਲਾਵਾ ਨਹੀਂ ਇਹਨਾਂ ਕੋਲ। ਨੂਨ ਲੀਗ ਸਿਰਫ ਨਵਾਜ਼ ਸ਼ਰੀਫ ਦੇ NRO ਨਵਾਜ਼ ਸ਼ਰੀਫ ਨੂੰ ਬਦਲੇ ਹੋਏ ਸਿਚੁਏਸ਼ਨ ਦੇ ਵਿੱਚ ਪਾਕਿਸਤਾਨ ਲਿਆਉਣ ਵਾਸਤੇ ਸਿਰਫ ਨੂਨ ਲੀਗ ਦਾ ਇੱਕੋ ਇਹੀ ਮਕਸਦ ਰਹਿ ਗਿਆ। ਪੀਪਲ ਪਾਰਟੀ ਦਾ ਮਕਸਦ ਭੁੱਟੋ ਤੋਂ ਬਾਅਦ ਬੇਨਜ਼ੀਰ ਆਵੇ, ਬੇਨਜ਼ੀਰ ਤੋਂ ਬਾਅਦ ਜ਼ਰਦਾਰੀ ਆਵੇ, ਜ਼ਰਦਾਰੀ ਜੋ ਕੁਝ ਕੀਤੀ ਜਾਏ ਮਤਲਬ ਬੇੜੇ ਰੋੜੀ ਆਵੇ, ਕੋਈ ਕਿਸੇ ਗੱਲ ਨਹੀਂ ਕਰਨੀ ਜੀ, ਉਹ ਭੁੱਟੋ ਦਾ ਜਵਾਈ ਹੈ। ਅੱਗੋਂ ਹੋਰ ਕੁਝ ਵੀ ਨਾ ਸ਼ਾਇਦ ਉਹਨਾਂ ਦੀ ਬਚੀ ਕੋਈ ਨਹੀਂ। ਭੁੱਟੋ ਦੀ ਜਿਹੜੀ ਫਿਜ਼ੀਕਲ ਲੈਗੇਸੀ ਹੈ ਜਾਂ ਉਹਦੀ ਜ਼ਾਤੀ ਮਤਲਬ ਉਹ ਸੁਲਬੀ ਔਲਾਦ ਤੇ ਬਚੀ ਕੋਈ ਨਾ ਅੱਗੋਂ। ਹੁਣ ਉਹਨੂੰ ਜੀ ਭੁੱਟੋ 'ਚ ਕਨਵਰਟ ਕਰੋ ਬਿਲਾਵਲ ਨੂੰ। ਬਿਲਾਵਲ ਜਿਹੜਾ ਉਹ ਫੌਰੀ ਤੌਰ 'ਤੇ ਉਹ ਹੀ ਪੀਪਲ ਪਾਰਟੀ ਨੂੰ ਇਹ ਬੰਦਾ ਕੋਈ ਵੀ ਨਹੀਂ ਕਿ ਜਿਹੜਾ ਮਤਲਬ ਕਿ ਅਗਰ ਇਹਨਾਂ ਦੇ ਉੱਤੇ ਇਲਜ਼ਾਮ ਨੇ, ਇਹ ਮੌਜੂਦ ਨੇ, ਫਿਰ ਇਹਨਾਂ ਹੁਣ ਹੋਰ ਕੀ ਕਰਨਾ? 2 ਵਾਰਾਂ ਦੀਆਂ ਪ੍ਰੈਜ਼ੀਡੈਂਟਸ਼ਿਪਸ ਅਤੇ ਪ੍ਰਾਈਮ ਮਿਨਿਸਟਰਸ਼ਿਪ ਅੰਡਾਈ ਬੈਠੇ ਨੇ। ਹੁਣ ਕਿਸੇ ਹੋਰ ਨੂੰ ਪਾਕਿਸਤਾਨ 'ਚ ਕੋਈ ਬੰਦਾ ਨਹੀਂ ਇਹਨਾਂ ਦੀ ਨਜ਼ਰ 'ਚ ਇਸ ਵਾਸਤੇ। ਔਰ ਇੱਕ ਮੌਲਵੀ ਫਜ਼ਲੁਰ ਰਹਿਮਾਨ, ਹੁਣ ਲੋਕ ਆਉਂਦੇ ਨੇ ਜੀ ਉਹਦੀ ਫਲਾਣੀ ਥਾਂ ਤੋਂ ਇੰਨੀ ਜਾਇਦਾਦ ਨਿਕਲ ਆਈ, ਫਲਾਣੀ ਥਾਂ ਤੋਂ ਇੰਨੀ ਜਾਇਦਾਦ ਨਿਕਲ ਆਈ। ਮੁਫਤੀ ਮਹਿਮੂਦ ਨੇ ਕਿਹੜੀਆਂ ਮਿਲਾਂ ਲਾਈਆਂ ਸਨ ਜਿਹੜੀ ਵਿਰਾਸਤ ਇਹਨੂੰ ਆਈ ਹੈ? ਸਾਰਿਆਂ ਭਰਾਵਾਂ ਟੁੱਕ ਕੇ ਹਿੱਸਾ ਲਿਆ ਹਰ ਮੌਕੇ 'ਤੇ, ਪੁੱਤਰਾਂ 'ਚ, ਭਰਾਵਾਂ 'ਚ, ਭਤਰੀਆਂ 'ਚ, ਹਰ ਸ਼ਹਿਰ 'ਚ ਤੁਸੀਂ ਮੁਲਕ ਵੰਡ ਕੇ ਖਾ ਛੜਿਆ। ਕਸ਼ਮੀਰ ਕਮੇਟੀ ਜਿਹੜੀ ਹੈ ਉਹਦੇ 'ਚ ਜੋ ਕੁਝ ਬਣਿਆ, ਇਹ ਇੰਨਾ ਜ਼ਿਆਦਾ ਸਾਹਿਬ ਹਸੀਅਤ ਮੌਲਵੀ, ਮਤਲਬ ਹੈ ਕਿ ਨਾਲ ਇਕਤਦਾਰ, ਨਾਲ ਪੈਸਾ, ਨਾਲ ਪਿੱਛੇ ਬੇਵਕੂਫਾਂ ਦੀ ਚੰਗੀ ਭਲੀ ਸਪੋਰਟ, ਇਹਨਾਂ ਸਾਰਿਆਂ ਨੂੰ ਹੁਣ ਉਹ ਆਂਦੇ ਨੇ ਜੇ ਅਸਾਂ ਟੱਗਾ ਨਹੀਂ ਦੇਣਾ ਇਹਨਾਂ ਨੂੰ, ਅਤੇ ਜੇ ਇਹਨਾਂ ਸਾਡੇ ਕੋਲ ਟੱਗਾ ਲੈਣਾ ਮਗਰ ਚੜ੍ਹ ਕੇ, ਤੇ ਅਸਾਂ ਘੋੜੀ ਲੈ ਜਾਣੀ। ਇਹ ਜੇ ਜਨਾਬ ਇਸ ਵੇਲੇ ਜਿਹੜੇ ਇੱਥੇ ਖਾਤਾ ਚੱਲਿਆ, ਇਸ ਖਾਤੇ ਦੇ ਵਿੱਚ ਠੀਕ ਹੈ ਜਾਵੇਦ ਹਾਸ਼ਮੀ ਨੇ ਗੱਲ ਕੀਤੀ ਹੈ, ਉਹਦੇ ਚਿਹਰੇ ਮੋਹਰੇ ਤੋਂ ਵੀ ਪਿਆ ਲੱਗਦਾ ਸੀ ਲਓ ਜੀ ਆ ਜਾਓ, ਮੈਨੂੰ ਫੜ ਲਓ ਅਤੇ ਮੈਨੂੰ ਕਰ ਲਓ ਗ੍ਰਿਫਤਾਰ, ਅਤੇ ਮਾਰ ਦਿਓ, ਅਤੇ ਇੰਝ ਕਰ ਦਿਓ, ਅਤੇ ਉਹ ਕਰ ਦਿਓ। ਲੇਕਿਨ ਹੁਣ ਲਲਕਰੇ ਮਾਰਿਆਂ ਕੰਮ ਨਹੀਂ ਚੱਲਣਾ। ਕਿੱਦਾਂ ਹੀ ਠੰਡੇ ਹੋ ਕੇ ਬਵੋ। ਉਹਦੇ ਵਿੱਚ ਉਹ ਜੇ ਜਿਸ ਤਰ੍ਹਾਂ ਹੁੰਦਾ ਨਾ ਬਲਦਿਆਤੀ ਇਲੈਕਸ਼ਨ ਨਹੀਂ ਨਾ ਵੀ ਤੌਫੀਕ ਹੁੰਦੀ, ਕਿਸ ਵਾਸਤੇ ਨਹੀਂ ਪਈ ਹੁੰਦੀ? ਕਿ ਉਹ ਜਮਹੂਰੀਅਤ ਗ੍ਰਾਸ ਰੂਟ ਲੈਵਲ ਤੋਂ ਬਿਲਕੁਲ ਥੱਲੋਂ ਉੱਠ ਕੇ ਉੱਤਾਂ ਨਾ ਆ ਜਾਏ। ਫਿਰ ਵੋਟਰ ਐਜੂਕੇਸ਼ਨ ਦੀ ਕੋਈ ਤੌਫੀਕ ਨਹੀਂ ਨਾ ਪਈ ਹੁੰਦੀ। ਵੋਟਰ ਨੂੰ ਉਹਦੇ ਹੱਕ ਦੱਸਣ ਦਾ, ਹੋਰ ਸਾਰੀਆਂ ਛੱਡ ਦਿਓ, ਇਹ ਐਡੇ ਨੀਅਤ ਠੀਕ ਹੋਵੇ ਅਤੇ ਇਹ ਪਹਿਲਾਂ APC 'ਚ ਬਹਿਣ ਦੀ ਬਜਾਏ ਪਹਿਲਾਂ ਆਪਣੇ ਪਾਰਟੀ ਦਫ਼ਤਰਾਂ 'ਚ ਬਹਿਣ ਨਾ, ਉੱਥੇ ਬਹਿ ਕੇ ਆਖਣ ਲਓ ਜੀ ਅਸੀਂ ਆਪਸ 'ਚ ਹੁਣ ਪਹਿਲਾਂ ਡੈਮੋਕ੍ਰੇਟਿਕਲੀ ਆਪਣੀ ਪਾਰਟੀ ਦਾ ਸਟਰਕਚਰ ਜਿਹੜਾ ਉਹ ਅਸੀਂ ਜਮਹੂਰੀ ਤੌਰ 'ਤੇ ਚੁੱਕਣ ਲੱਗੇ ਹਾਂ। ਜਮਹੂਰੀ ਲਿਹਾਜ਼ ਨਾਲ ਕੰਪੀਟੈਂਟ ਬੰਦਿਆਂ ਨੂੰ ਅਸੀਂ ਪਾਰਟੀ ਦੇ ਵਿੱਚੋਂ ਉੱਤੇ ਲਿਆ ਰਹੇ ਹਾਂ, ਉਹਨਾਂ ਨੂੰ ਇਖਤਿਆਰ ਦੇ ਰਹੇ ਹਾਂ। ਨੂਨ ਲੀਗ ਦਾ ਇਖਤਿਆਰ ਜਿਹੜਾ ਉਹ ਨਵਾਜ਼ ਸ਼ਰੀਫ ਦੀ ਫੈਮਿਲੀ ਤੋਂ ਬਾਹਰ ਨਹੀਂ ਜਾ ਸਕਦਾ। ਪੀਪਲ ਪਾਰਟੀ ਦਾ ਇਖਤਿਆਰ ਜਿਹੜਾ ਉਹ ਜ਼ਰਦਾਰੀਆਂ ਤੋਂ ਬਾਹਰ ਨਹੀਂ, ਭੁੱਟੋ ਤੋਂ ਬਾਹਰ ਨਹੀਂ ਜਾ ਸਕਦਾ, ਖਾਸ ਤੌਰ 'ਤੇ ਹੁਣ ਜ਼ਰਦਾਰੀ ਓਰੀਐਂਟਿਡ। ਅਤੇ ਫਜ਼ਲੁਰ ਰਹਿਮਾਨ ਜਿਹੜਾ ਉਹਨੇ ਮਜ਼ਹਬ ਨੂੰ ਸਿਆਸਤ ਦਾ ਤੜਕਾ ਲਾ ਕੇ ਸਿਆਸਤ ਦੇ ਵਿੱਚ ਮਜ਼ਹਬ ਵਾੜ ਕੇ, ਉਸ ਦੇ ਬਾਅਦ ਸਿਰਫ ਔਰ ਸਿਰਫ ਐਸਾ ਇਸਲਾਮ ਜਿਹਦੇ 'ਚ ਕਿਸੇ ਵੀ ਫੋਰਮ 'ਤੇ ਬਹਿ ਕੇ ਝੂਠ ਬੋਲਣਾ ਜਾਇਜ਼ ਹੈ, ਐਸਾ ਇਸਲਾਮ ਜਿਹਦੇ 'ਚ ਹਰ ਮੌਕੇ 'ਤੇ ਇਨਸਾਨੀ ਹਕੂਕ ਗਸਬ ਕਰਨ ਜਿਹੜੇ ਨੇ ਉਹ ਉਹਨਾਂ ਦਾ ਮਨਸ਼ੂਰ ਹੈ। ਇਹੋ ਜਿਹੀ ਸਿਆਸਤ ਅਤੇ ਇਹੋ ਜਿਹਾ ਮਜ਼ਹਬ ਅਤੇ ਇਹੋ ਜਿਹਾ ਇਸਲਾਮ ਅਤੇ ਇਹੋ ਜਿਹੀ ਜਮਹੂਰੀਅਤ
ਉਹ ਸਾਨੂੰ ਤਾਂ ਭਾਈ ਮੁਫਤ ਦਿਓ ਤੇ ਅਸੀਂ ਨਹੀਂ ਲੈਂਦੇ। ਤੇ ਹੁਣ ਮੁਸੀਬਤ ਇਹ ਵੇ ਕਿ ਉਹ ਇਸ ਕੈਲੀਬਰ ਔਰ ਇਸ ਬੈਕਗਰਾਉਂਡ ਔਰ ਇਸ ਫਿਊਚਰ ਦੀ ਨਜ਼ਰ ਰੱਖਣ ਵਾਲੇ ਜਿਹੜੇ ਨੇ ਉਹਨਾਂ ਨੂੰ ਦੇਣ ਵਾਲੇ ਵੀ ਨਹੀਂ ਪੇ ਦਿੰਦੇ। ਹੈ ਬਹੁਤ ਬੁਰਾ ਹਾਲਤ ਹੈ। ਕਿਉਂ ਕਿ ਇਹਨਾਂ ਨੂੰ ਹੁਣ ਮੌਤ ਦਿਸਦੀ ਹੈ, ਇਹਨਾਂ ਆਖਣਾ ਕਿ ਹੁਣ ਸਾਰੇ ਮਰਨ। ਉਹਦੇ 'ਚ ਪਬਲਿਕ ਵੀ ਨਿਕਲੇ ਜਿਹਨੂੰ ਖੂਨੀ ਇਨਕਲਾਬ ਆਉਂਦੇ ਨੇ, ਜਾਵੇਦ ਹਾਸ਼ਮੀ ਨੇ ਆਖਿਆ, ਜਾਂ ਜਿਹਨੂੰ ਹੁਣ ਇਸ ਵਕਤ ਨਜਮ ਸੇਠੀ ਵੀ ਆਉਂਦਾ ਕਿ ਹੁਣ ਬਚਦਾ ਹੋਇਆ ਕੁਛ ਵੀ ਨਜ਼ਰ ਨਹੀਂ ਪਿਆ ਹੁੰਦਾ। ਇਸ ਖਿੱਚਾ ਧਰੂਈ ਦੇ ਵਿੱਚ ਜੇ ਬੇੜਾ ਗਰਕ ਕਰਨਾ ਤੇ ਇਹਨਾਂ ਆਪਣੇ ਸਿਸਟਮ ਦਾ ਕੀਤਾ। ਇਦਾਰੇ ਨੇ ਜੱਜਾਂ ਦੇ ਉੱਤੇ ਕਿਵੇਂ ਦੀਆਂ ਗੱਲਾਂ ਹੋਣ ਲੱਗ ਪਈਆਂ ਨੇ, ਜੱਜ ਸੜਕਾਂ 'ਤੇ ਥੜੇ ਪਾਸਨ ਤਰ੍ਹਾਂ ਉਹਨਾਂ ਦੀ ਲੜਾਈਆਂ ਹੋ ਰਹੀਆਂ ਨੇ, MPA ਤੇ ਜੱਜਾਂ ਦੀ ਲੜਾਈ ਹੋ ਰਹੀ ਹੈ ਜੀ। ਇਸ ਵਾਸਤੇ ਹੁਣ ਇਹਨਾਂ ਦੇ ਪੱਲੇ ਸ਼ੈ ਬਚੀ ਕੋਈ ਨਹੀਂ। ਵਾਪਸ ਆਉਣਾ ਤੇ ਨੀਅਤ ਠੀਕ ਕਰਕੇ ਆਉਣਾ ਪੈਣਾ। ਇਹ ਇਸ ਵਕਤ ਨੀਅਤ ਠੀਕ ਕਰਨਾ ਨਹੀਂ ਚਾਹ ਰਹੇ, ਅਸੂਲਾਂ ਦੇ ਉੱਤੇ ਵਾਪਸ ਆਉਣਾ ਨਹੀਂ ਚਾਹ ਰਹੇ, ਪਬਲਿਕ ਦੇ ਇੰਟਰਸਟ ਜਿਹੜੇ ਨੇ ਉਹਨੂੰ ਪ੍ਰਾਇਓਰਿਟੀ 'ਤੇ ਰੱਖਣਾ ਨਹੀਂ ਚਾਹ ਰਹੇ, ਲੰਬਰਦਾਰ ਸਦਾਣਾ ਚਾਹ ਰਹੇ ਨੇ। ਲੰਬਰਦਾਰ ਨੂੰ ਜਿਹੜੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਜਾਂ ਜਦੋਂ ਵਕਤ ਆਉਂਦਾ ਉਦੋਂ ਉਹਨਾਂ ਬੰਦਿਆਂ ਵਾਸਤੇ ਖਲੋਣਾ ਪਵੇ, ਇਹ ਕੰਮ ਆਂਦੇ ਨੇ ਅਸਾਂ ਕੋਈ ਨਹੀਂ ਕਰਨਾ, ਉਹ ਤੁਸਾਂ ਕੋਈ ਨਹੀਂ ਕਰਨਾ। ਤੇ ਢੱਗੇ ਵਾਲਿਆਂ ਤੁਹਾਡੀ ਘੋੜੀ ਲੈ ਕੇ ਤੁਰ ਜਾਣੀ। ਇੰਨੀ ਜੀ ਗੱਲ ਜੇ, ਅੱਗੋਂ ਬਿਹਤਰ ਸਮਝ ਸਕਦੇ ਹੋ। ਉਰਦੂ ਵਾਲੀ ਕਹਾਣੀ ਰਹਿ ਗਈ। ਤੇ ਆਡੇ ਖਾਨ ਦਾ ਇੱਕ ਦੋੜਾ, ਆਡੇ ਖਾਨ ਦਾ ਮੈਂ ਦੋੜੇ ਜਿਹੜੇ ਨੇ ਉਹ ਸਿਲੈਕਟ ਬਹੁਤ ਜ਼ਿਆਦਾ ਕੀਤੇ ਨੇ, ਔਰ ਮੇਰਾ ਦਿਲ ਸੀ ਕਿ ਉਹਦੇ ਉੱਤੇ 2-3 ਪ੍ਰੋਗਰਾਮ ਕੀਤੇ ਜਾਣ। ਔਰ ਇਕੱਲੇ ਆਡੇ ਖਾਨ 'ਤੇ ਨਹੀਂ, ਬਲਕਿ ਦੋੜੇ ਦੀ ਸਿਨਫ ਦੇ ਵਿੱਚ ਇੰਨਾ ਜ਼ਬਰਦਸਤ ਕਿਸਮ ਦਾ ਖਜ਼ਾਨਾ ਔਰ ਭਰਿਆ ਹੋਇਆ ਲਿਟਰੇਚਰ ਹੈ ਜਿਹੜਾ ਉਹਨਾਂ ਉੱਥੋਂ ਹੀ ਗੱਲ ਚੁੱਕ ਕੇ, ਔਰ ਫਿਰ ਮਾਹੀਆ ਐਸਾ ਆਲਾ ਦਰਜੇ ਦਾ ਉਹਨਾਂ ਨਾਲ ਉਹਦੀ ਕਲੀ ਲਾਈ ਹੈ ਕਿ ਸਮਝ ਨਹੀਂ ਆਉਂਦੀ ਕਿ ਕਿਵੇਂ ਇਹਨਾਂ ਨੇ ਗੱਲ ਬਣਾ ਲਈ ਹੈ। ਮਸਲਨ ਉਹਨਾਂ ਅੱਗੇ ਜਿਵੇਂ ਦੱਸਿਆ ਸੀ ਕਿ ਡਾਕਟਰ ਸ਼ੇਰ ਅਫਗਨ ਨਿਆਜ਼ੀ ਨੂੰ ਮੈਂ ਨਹੀਂ ਸਨ ਕਾਬੂ ਪਿਆ ਹੁੰਦੇ ਕਿਸੇ ਪਾਸੋਂ, ਤੇ ਮੈਂ ਕਿਹਾ ਜੀ ਇਹ ਮਾਹੀਆ ਸੁਣ ਲਓ। ਤੇ ਉਹਨੂੰ ਮੈਂ ਸੁਣਾਇਆ ਕਿ ਚਾਹ ਪੀਂਦਿਆਂ ਪੁਣ ਲਈ ਕਰ, ਮੰਨਣੀ ਤਾਂ ਤੂੰ ਕੋਈ ਨਹੀਂ, ਗੱਲ ਬਹਿ ਕੇ ਤੇ ਸੁਣ ਲਈ ਕਰ। ਸੋ ਮਾਹੀਏ ਦੇ ਵਿੱਚ ਬਹੁਤ ਪੋਟੈਂਸ਼ੀਅਲ ਇਹ ਗੱਲ ਨੂੰ ਪਹੁੰਚਾਉਣ ਦਾ। ਇਸੇ ਤਰ੍ਹਾਂ ਦੋੜੇ ਦੇ ਵਿੱਚ ਵੀ ਬਹੁਤ ਜ਼ਿਆਦਾ ਇਹਨਾਂ ਨੇ ਇਸਤਗਰਾਕ ਨਾਲ, ਔਰ ਲੱਗਦਾ ਉਹਨਾਂ ਦੇ ਇੱਕ ਮਿਸਰੇ ਤੋਂ। ਅੱਜ ਦਾ ਮੈਂ ਇੱਕ ਉਹਨਾਂ ਦਾ ਆਡੇ ਖਾਨ ਦਾ ਇੱਕ ਮਾਹੀਆ ਲੱਭਿਆ ਸੀ ਕਿ ਨਿਤ ਹਾਰਡ ਰਾਂਦੀ ਮੈਂ ਕੋ ਸਜਣਾ ਦੀ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਹਾਰਡ ਆਂਦੇ ਨੇ ਤਲਾਸ਼ ਨੂੰ ਜਾਂ ਲੱਭਣਾ ਕਿਸੇ ਨੂੰ। ਨਿਤ ਹਾਰਡ ਰਾਂਦੀ ਮੈਂ ਕੋ ਸਜਣਾ ਦੀ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਇਸੇ ਆਸ ਤੇ ਉਜੜਨ ਯਾਦ ਨਹੀਂ, ਮੈਡੀ ਕਿਸਮਤ ਦੇ ਪਏ ਜੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਤੇ ਮੈਂ ਮਰਜ਼ੁਲ ਮੌਤ ਤੋਂ ਬਚ ਵੈਸਾਂ, ਮੈਡੇ ਢੋਲ ਕੋ ਇਹ ਜੇ ਚੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਇਹ ਉਹਦਾ ਇੱਕ ਸਟਾਈਲ ਹੈ ਆਡਾ ਖਾਨ ਦਾ ਕਿ ਉਹ ਜਦੋਂ ਖ਼ਤਮ ਹੋ ਜਾਏ ਤਾਂ ਉਹਦੇ ਉੱਤੇ ਮੁਸਤਜ਼ਾਦ ਇਜ਼ਾਫੀ ਕਾਫੀਏ ਦੇ ਤੌਰ 'ਤੇ ਉਹ 2 ਲਫ਼ਜ਼ ਲਾਉਂਦੇ ਨੇ। ਮੈਂ ਮਰਜ਼ੁਲ ਮੌਤ ਤੋਂ ਬਚ ਵੈਸਾਂ, ਮੈਡੇ ਯਾਰ ਕੋ ਜੇ ਇਹ ਜੇ ਚੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਤੇ ਕਈ ਸਾਲ ਲੰਘੇ ਇੱਕ ਝਟ ਆਢਾ, ਇਸੇ ਆਸ ਤੇ ਪਰਦੇ ਕੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ, ਹੋਰੇ ਅੱਜ ਆਂਦੇ ਨੇ। ਥੋੜ੍ਹੀ ਜਿਹੀ ਮੁਸ਼ਕਿਲ ਸੀ। ਤੇ ਉਹਨਾਂ ਆਖਿਆ ਕਿ ਇੰਨੇ ਸਾਲ ਜਿਹੜੇ ਨੇ ਉਹ ਇੱਕ ਪਲ ਦੀ ਤਰ੍ਹਾਂ ਗੁਜ਼ਾਰ ਆਉਂਦੇ ਨੇ ਕਿ ਪਰਦੇ ਕੱਜ ਆਉਂਦੇ ਨੇ, ਕਿ ਯਾਨੀ ਜਿਹੜੀ ਸਿਚੁਏਸ਼ਨ ਸਾਡੀ ਪੇ ਚੱਲਦੀ ਕਿ 4 ਡੈਕੇਡਸ ਇਸੇ ਚੱਕਰ 'ਚ ਲੇਪਾ ਪੋਤੀਆਂ ਨਾਲ ਗੁਜ਼ਾਰ ਆਉਂਦੇ ਨੇ ਕਿ ਸ਼ਾਇਦ ਹੁਣ ਹੋਰੇ ਆ ਜਾਂਦੇ ਨੇ, ਹੋਰੇ ਆ ਜਾਂਦੇ ਨੇ। ਆਏ ਅਜੇ ਤੱਕ ਕੋਈ ਨਹੀਂ, ਉਲਟਾ ਹੱਥੋਂ ਆਰਸ਼ਾ ਜਾਂਦੀ ਦਿਸਦੀ ਪਈ ਹੈ। ਤੇ ख़त्म करने गल एक उर्दू का शेर है कि जान जाती दिखाई देती है, तेरा आना नज़र नहीं आता। अल्लाह तौफीक दे तो कोई बेहतर फैसले वाल टुरन, तो नहीं तो फिर वो जो 10-12 किले वाला जिमींदार है उन्होंने तो इतों पाकिस्तान चो किसी चुक के लै कोई नहीं जाना। पब्लिक ने उत्थे रहना, बेड़ा उतलियां दा गर्क होना। बाद फिर ठीक है जिमें हुई सारे भुगत लैणगे। गल एक रह गई सी पीढ़ियां वाली, वो किसी नाल गल हुई सी तो उन्हें आख्या सी ये भी किसी वेले शामिल करो। वो हुण इंशाअल्लाह अगले प्रोग्राम में करांगे। फी अमान अल्लाह पाकिस्तान। अस्सलाम वालेकुम वरहमतुल्लाह।